ਮੈਂ ਵੀਰਪਾਲ ਸਿੱਧੂ ਮੌੜ ਬਾਤਾਂ ਚਾਨਣੀਆਂ ਚੈਨਲ 'ਤੇ ਤੁਹਾਡਾ ਸਵਾਗਤ ਕਰਦੀ ਹਾਂ। ਮੈਂ ਤੁਹਾਡੇ ਸਾਹਮਣੇ ਸੁਖਵੀਰ ਸਿੰਘ ਸੂਹੇ ਅੱਖਰ ਦੀ ਲਿਖਤ ਮੱਖੀਆਂ ਦਾ ਭਾਗ 6ਵਾਂ ਲੈ ਕੇ ਹਾਜ਼ਰ ਹਾਂ। ਆਸ ਕਰਦੀ ਹਾਂ ਤੁਹਾਨੂੰ ਪਹਿਲਾਂ ਵਾਲੇ ਭਾਗ ਪਸੰਦ ਆਏ ਹੋਣਗੇ। ਸੋ ਅਗਲੇ ਭਾਗ ਵੱਲ ਵਧਦੇ ਹਾਂ। ਕਵਰ ਨਾਟ ਅਵੇਲੇਬਲ। ਮੈਨੂੰ ਆਪ ਨੂੰ ਵੀ ਕਈ ਵਾਰ ਇਹ ਮਹਿਸੂਸ ਹੁੰਦਾ ਹੈ ਕਿ ਮੈਂ ਇੱਕ ਅਜੀਬ ਤਰ੍ਹਾਂ ਦਾ ਆਦਮੀ ਹਾਂ। ਪਰਫਿਊਮ ਬਾਰੇ, ਇਸ ਦੀ ਵਰਤੋਂ ਬਾਰੇ ਅਤੇ ਮਹਿਕ ਬਾਰੇ ਮੇਰੀ ਆਪਣੀ ਹੀ ਫਿਲਾਸਫੀ ਹੈ। ਮੈਂ ਸੁਬਾਹ ਤਿਆਰ ਹੋਣ ਬਾਅਦ ਕਦੇ ਵੀ ਆਪਣੇ ਕੱਪੜਿਆਂ ਉੱਪਰ ਪਰਫਿਊਮ ਦਾ ਛਿੜਕਾਅ ਨਹੀਂ ਕਰਦਾ, ਸਗੋਂ ਰਾਤ ਨੂੰ ਉਹਨਾਂ ਕੱਪੜਿਆਂ 'ਤੇ ਪਰਫਿਊਮ ਸਪਰੇਅ ਕਰਕੇ ਅਲਮਾਰੀ ਵਿੱਚ ਬੰਦ ਕਰ ਦਿੰਦਾ ਹਾਂ ਜੋ ਮੈਂ ਸੁਬਾਹ ਪਾਉਣੇ ਹੁੰਦੇ ਹਨ। ਇਸ ਤਰ੍ਹਾਂ ਹਲਕੀ ਖੁਸ਼ਬੂ ਮਿਲਦੀ ਹੈ। ਮੈਨੂੰ ਤੇਜ਼ ਖੁਸ਼ਬੂ ਡਿਸਟਰਬ ਕਰਦੀ ਹੈ। ਇੱਕ ਗੱਲ ਇਹ ਵੀ ਹੈ ਕਿ ਜੇਕਰ ਤੁਸੀਂ ਹਮੇਸ਼ਾ ਖੁਸ਼ਬੂ ਦੇ ਟੱਚ ਵਿੱਚ ਰਹਿੰਦੇ ਹੋ ਤਾਂ ਉਹ ਆਪਣਾ ਜਾਦੂ ਗਵਾ ਦਿੰਦੀ ਹੈ। ਇਸ ਤਰ੍ਹਾਂ ਖੁਸ਼ਬੂ ਨੂੰ ਸਿਰਫ ਤੁਹਾਡੇ ਆਸ-ਪਾਸ ਦੇ ਲੋਕ ਹੀ ਮਾਣ ਸਕਦੇ ਹਨ। ਇਸ ਲਈ ਕਈ ਵਾਰ ਮੈਂ ਆਪਣੇ ਕਮਰੇ ਵਿੱਚ ਜਾਂ ਬਿਸਤਰ 'ਤੇ ਰੂਮ ਫਰੈਸ਼ਰ ਦੀ ਜਗ੍ਹਾ ਪਰਫਿਊਮ ਦਾ ਛਿੜਕਾਅ ਕਰਦਾ ਹਾਂ। ਇਸ ਨਾਲ ਸੌਣ ਤੋਂ ਪਹਿਲਾਂ ਦਾ ਜੋ 15 ਮਿੰਟ ਜਾਂ 20 ਮਿੰਟ ਦਾ ਸਮਾਂ ਹੁੰਦਾ ਹੈ ਉਸ ਖੁਸ਼ਬੂ ਨਾਲ ਭਰ ਜਾਂਦਾ ਹੈ। ਇਸ ਨਾਲ ਅਜੀਬ ਤਰ੍ਹਾਂ ਦੀ ਖੁਸ਼ੀ ਮਿਲਦੀ ਹੈ। ਮੈਨੂੰ ਅੱਜ ਸੁਬੋਧ ਦਾ ਸਟੇਟਸ ਪੜ੍ਹਦਿਆਂ ਪਤਾ ਲੱਗਿਆ ਕਿ ਉਹਨੇ ਮੇਰੇ ਸ਼ਹਿਰ ਆਉਣਾ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਉਹ ਮੇਰੇ ਸ਼ਹਿਰ ਤੋਂ ਕਰੀਬ 40 ਕਿਲੋਮੀਟਰ ਦੀ ਦੂਰੀ 'ਤੇ ਗਵਾਂਢੀ ਸ਼ਹਿਰ ਵਿੱਚ ਰਹਿੰਦਾ ਹੈ। ਉਹ ਲੱਕੜ ਦਾ ਵਪਾਰੀ ਹੈ। ਮੈਂ ਉਸ ਨਾਲ ਗੱਲ ਕੀਤੀ। ਉਸਨੇ ਦੱਸਿਆ ਕਿ ਤੁਹਾਡੇ ਸ਼ਹਿਰ ਵਿੱਚ ਇੱਕ ਪੁਸਤਕ ਮੇਲਾ ਲੱਗ ਰਿਹਾ ਹੈ। ਉਸ ਦੇ ਉਦਘਾਟਨ 'ਤੇ ਮੇਰੀ ਪੁਸਤਕ ਦਾ ਰਿਲੀਜ਼ ਸਮਾਰੋਹ ਹੈ। ਮੇਰੇ ਲਈ ਇਹ ਚੰਗੀ ਗੱਲ ਸੀ। ਮੈਂ ਸੁਬੋਧ ਨੂੰ ਮਿਲਣਾ ਚਾਹੁੰਦਾ ਸੀ। ਵੈਸੇ ਫੇਸਬੁੱਕ 'ਤੇ ਸੁਨੇਹਾ ਰਾਹੀਂ ਅਸੀਂ ਇੱਕ ਦੂਜੇ ਦੇ ਕਾਫੀ ਕਰੀਬ ਹੋ ਚੁੱਕੇ ਸਾਂ। ਮੈਂ ਉਸਨੂੰ ਇਹ ਵੀ ਕਿਹਾ ਸੀ ਕਿ ਮੈਂ ਤੁਹਾਡੇ ਬਾਰੇ ਜਾਣਨ ਦਾ ਇੱਛੁਕ ਹਾਂ। ਦਰਅਸਲ ਉਸਨੂੰ ਜਾਣਨਾ ਮਾਇਰਾ ਨੂੰ ਜਾਣਨ ਦਾ ਇੱਕ ਢੰਗ ਸੀ। ਉਸਨੇ ਮੇਰੇ ਨਾਲ ਵਾਅਦਾ ਕੀਤਾ ਕਿ ਜਦੋਂ ਕਦੀ ਆਪਾਂ ਮਿਲਾਂਗੇ ਉਹ ਸਭ ਮੇਰੇ ਨਾਲ ਸਾਂਝਾ ਕਰੇਗਾ। ਉਹ ਮੇਰਾ ਨਜ਼ਦੀਕੀ ਦੋਸਤ ਬਣ ਚੁੱਕਿਆ ਸੀ। ਮੇਰੇ 'ਤੇ ਵਿਸ਼ਵਾਸ ਵੀ ਕਰਨ ਲੱਗਿਆ ਸੀ। ਕਈ ਪਰਸਨਲ ਗੱਲਾਂ ਉਹ ਅਕਸਰ ਮੇਰੇ ਨਾਲ ਸਾਂਝੀਆਂ ਕਰਿਆ ਕਰਦਾ ਸੀ। ਉਸ ਦਾ ਚੰਗੇ ਲੇਖਕਾਂ ਵਿੱਚ ਨਾਮ ਆਉਂਦਾ ਹੈ। ਮੈਂ ਇਹ ਵੀ ਅੰਦਾਜ਼ਾ ਲਗਾ ਰਿਹਾ ਸੀ ਕਿ ਸ਼ਾਇਦ ਮਾਇਰਾ ਵੀ ਉੱਥੇ ਕਿਤਾਬ ਰਿਲੀਜ਼ ਦੇ ਫੰਕਸ਼ਨ 'ਤੇ ਆਵੇ। ਮੈਨੂੰ ਇਸ ਗੱਲ ਦੀ ਪੂਰੀ ਉਮੀਦ ਨਜ਼ਰ ਆ ਰਹੀ ਸੀ। ਮੈਂ ਬੱਸ ਫੜੀ ਅਤੇ ਬੁੱਕ ਰਿਲੀਜ਼ ਦੇ ਸਮਾਗਮ ਦੇ ਸਮੇਂ ਮੈਂ ਉੱਥੇ ਪਹੁੰਚ ਗਿਆ। ਬਸ ਸ਼ਾਮ ਦਾ ਸਮਾਂ ਸੀ। ਕਾਫੀ ਚਹਿਲ ਪਹਿਲ ਸੀ। ਮੈਂ ਸੁਬੋਧ ਨੂੰ ਪਹਿਲੀ ਵਾਰ ਵੇਖਿਆ। ਉਹ ਬੜੀ ਆਪਣਤ ਨਾਲ ਮੈਨੂੰ ਮਿਲਿਆ, ਜਿਵੇਂ ਬਹੁਤ ਚਿਰ ਦਾ ਜਾਣਦਾ ਹੋਵੇ। ਉਹ ਠੀਕ ਕੱਦ ਦਾ, ਪਤਲਾ, ਗੋਰਾ ਅਤੇ ਤਿੱਖੇ ਨੱਕ ਵਾਲਾ 38-40 ਕੁ ਸਾਲ ਦਾ ਜੈਂਟਲਮੈਨ ਸੀ। ਇੱਕਦਮ ਸ਼ਾਂਤ। ਉਸ ਦੇ ਚਿਹਰੇ 'ਤੇ ਇੱਕ ਅਜੀਬ ਠਹਿਰਾਅ ਸੀ। ਉਹ ਮੈਨੂੰ ਥੱਕਿਆ ਹੋਇਆ ਲੱਗ ਰਿਹਾ ਸੀ। ਮੇਰੀਆਂ ਨਜ਼ਰਾਂ ਮਾਇਰਾ ਨੂੰ ਲੱਭ ਰਹੀਆਂ ਸਨ ਪਰ ਉਹ ਨਹੀਂ ਆਈ। ਫਿਰ ਫੰਕਸ਼ਨ ਸ਼ੁਰੂ ਹੋਇਆ। ਸਟੇਜ 'ਤੇ ਸਾਰੀਆਂ ਰਸਮੀ ਗੱਲਾਂ ਹੋਈਆਂ। ਬੁੱਕ ਰਿਲੀਜ਼ ਹੋਈ। ਤਾੜੀਆਂ ਵੱਜੀਆਂ। ਸੁਬੋਧ ਨੇ ਇੱਕ ਰੋਮਾਂਟਿਕ ਪੋਇਮ ਪੜ੍ਹੀ। 2 ਕੁ ਘੰਟੇ ਵਿੱਚ ਇਹ ਸਭ ਸਮਾਪਤ ਹੋ ਗਿਆ ਸੀ। ਰਾਤ ਦੇ ਕਰੀਬ 9:30 ਦਾ ਸਮਾਂ ਸੀ। ਸੁਬੋਧ ਫਿਰ ਮੇਰੇ ਕੋਲ ਆਇਆ। ਉਸਨੇ ਕਿਹਾ, ਮੈਨੂੰ ਇਜਾਜ਼ਤ ਦਿਓ, ਮੈਂ ਜਾ ਰਿਹਾ ਹਾਂ। ਮੈਂ ਉਸਨੂੰ ਕਿਹਾ ਅੱਜ ਉਹ ਮੇਰੇ ਕੋਲ ਰੁਕ ਜਾਵੇ। ਥੋੜ੍ਹਾ ਜ਼ੋਰ ਦੇਣ 'ਤੇ ਉਹ ਮੰਨ ਗਿਆ। ਫਿਰ ਉਸਨੇ ਕਿਹਾ ਉਹ ਮੇਰੀਆਂ ਪੇਂਟਿੰਗਸ ਵੇਖਣ ਦਾ ਇੱਛੁਕ ਹੈ ਅਤੇ ਇੱਕ ਚੰਗਾ ਸਬੱਬ ਹੈ। ਮੈਂ ਅਤੇ ਸੁਬੋਧ ਇਕੱਠੇ ਕਾਰ ਵਿੱਚ ਮੇਰੇ ਘਰ ਵੱਲ ਜਾ ਰਹੇ ਸਾਂ। ਮੈਂ ਖਾਣਾ ਤਿਆਰ ਕਰਨ ਲਈ ਫੋਨ ਕੀਤਾ। ਰਸਤੇ ਵਿੱਚ ਆਮ ਗੱਲਬਾਤ ਚੱਲਦੀ ਰਹੀ। ਮੈਨੂੰ ਪਤਾ ਲੱਗਿਆ ਕਿ ਸੁਬੋਧ ਸ਼ਰਾਬ ਨਹੀਂ ਪੀਂਦਾ। ਘਰ ਆ ਕੇ ਅਸੀਂ ਖਾਣਾ ਖਾ ਕੇ ਰਾਤ ਨੂੰ ਕਰੀਬ 10 ਵਜੇ ਵਿਹਲੇ ਹੋ ਗਏ। ਸੁਬੋਧ ਬੜੇ ਸਤਿਕਾਰ ਨਾਲ ਮੇਰੀ ਪਤਨੀ ਨੂੰ ਮਿਲਿਆ। ਉਹ ਨਜ਼ਰਾਂ ਝੁਕਾ ਕੇ ਗੱਲ ਕਰ ਰਿਹਾ ਸੀ। ਖਾਣਾ ਖਾਂਦੇ ਹੋਏ ਉਹ ਆਪਣੀ ਕਿਤਾਬ ਬਾਰੇ ਗੱਲਾਂ ਕਰਦਾ ਰਿਹਾ। ਖਾਣਾ ਖਾਣ ਬਾਅਦ ਮੇਰੀ ਪਤਨੀ ਦੂਸਰੇ ਕਮਰੇ ਵਿੱਚ ਸੌਣ ਲਈ ਚਲੀ ਗਈ ਸੀ। ਅਸੀਂ ਦੋਵੇਂ ਬੈੱਡਰੂਮ ਵਿੱਚ ਚਲੇ ਗਏ। ਮੈਂ ਸੁਬੋਧ ਨੂੰ ਪੁੱਛਿਆ, ਤੁਹਾਨੂੰ ਹਲੇ ਨੀਂਦ ਤਾਂ ਨਹੀਂ ਆਉਂਦੀ? ਉਹਨੇ ਕਿਹਾ, ਮੈਂ ਹਮੇਸ਼ਾ ਦੇਰ ਨਾਲ ਸੌਂਦਾ ਹਾਂ ਅਤੇ ਜਦੋਂ ਮੈਨੂੰ ਨੀਂਦ ਆ ਰਹੀ ਹੋਵੇ
ਤਾਂ ਮੈਂ ਆਪਣੇ ਆਪ ਨੂੰ ਜ਼ਬਰਦਸਤੀ ਜਾਗਦੇ ਰੱਖਣਾ ਚਾਹੁੰਦਾ ਹਾਂ। ਇਹ ਮੈਨੂੰ ਚੰਗਾ ਲੱਗਦਾ ਹੈ। ਇਸ ਲਈ ਮੈਂ ਕੁਝ 15 ਜਾਂ 20 ਮਿੰਟ ਰੋਜ਼ ਕੁਰਸੀ ਜਾਂ ਸੋਫੇ 'ਤੇ ਬੈਠ ਕੇ ਸੌਂਦਾ ਹਾਂ, ਫਿਰ ਬਿਸਤਰ ਵਿੱਚ ਲੇਟ ਜਾਂਦਾ ਹਾਂ। ਮੇਰੀਆਂ ਕਈ ਹੋਰ ਅਜੀਬ ਹੌਬੀਜ਼ ਹਨ। ਮੈਂ ਬਿਸਤਰ ਵਿੱਚ ਬੈਠ ਕੇ ਅਤੇ ਸੰਬੋਧ ਮੇਰੇ 'ਤੇ ਨਜ਼ਦੀਕੀ ਕੁਰਸੀ 'ਤੇ ਬੈਠ ਗਿਆ। ਉਹ ਕੁਰਸੀ ਕੋਲ ਪਏ ਟੇਬਲ ਤੋਂ ਅਖਬਾਰ ਚੁੱਕ ਕੇ ਵੇਖਣ ਲੱਗਿਆ। ਮੈਂ ਉਸ ਨੂੰ ਕਿਹਾ, ਵੈਸੇ ਮੈਨੂੰ ਇਹ ਕਹਿੰਦੇ ਹੋਏ ਝਿਜਕ ਮਹਿਸੂਸ ਹੁੰਦੀ ਹੈ, ਪਰ ਮੈਂ ਤੁਹਾਡੇ ਬਾਰੇ ਸਭ ਕੁਝ ਜਾਣਨਾ ਚਾਹੁੰਦਾ ਹਾਂ। ਸਭ ਕੁਝ? ਹਾਂ, ਮੈਨੂੰ ਇਸ ਵਿੱਚ ਕੋਈ ਪ੍ਰੋਬਲਮ ਨਹੀਂ, ਜੇ ਤੁਹਾਨੂੰ ਇਸ ਨਾਲ ਖੁਸ਼ੀ ਮਿਲਦੀ ਹੈ। ਵੈਸੇ ਵੀ ਮੈਂ ਪਹਿਲਾਂ ਕਦੇ ਵੀ ਕੋਈ ਗੱਲ ਕਿਸੇ ਨਾਲ ਸਾਂਝੀ ਨਹੀਂ ਕਰਦਾ, ਪਰ ਪਿਛਲੇ ਕੁਝ ਸਮੇਂ ਤੋਂ ਮੈਂ ਬਿਲਕੁਲ ਸ਼ਰੇਆਮ ਜਿਹੀ ਹੋ ਗਿਆ ਹਾਂ। ਮੈਂ ਕੁਝ ਵੀ ਲੁਕਾ ਕੇ ਨਹੀਂ ਰੱਖਦਾ। ਸਾਡੇ ਕੋਲ ਲੁਕਾਉਣ ਨੂੰ ਹੁੰਦਾ ਵੀ ਕੁਝ ਨਹੀਂ। ਐਵੇਂ ਮਨੁੱਖਾਂ ਨੂੰ ਵਹਿਮ ਰਹਿੰਦਾ ਹੈ ਕਿ ਇਹ ਗੱਲ ਉਹਨਾਂ ਦੀ ਨਿੱਜੀ ਹੈ। ਸਭ ਦੀਆਂ ਨਿੱਜੀ ਗੱਲਾਂ ਤਕਰੀਬਨ ਇੱਕੋ ਜਿਹੀਆਂ ਹੀ ਹੁੰਦੀਆਂ ਹਨ। ਮੈਨੂੰ ਇਸੇ ਤਰ੍ਹਾਂ ਹੀ ਮਹਿਸੂਸ ਹੁੰਦਾ ਹੈ। ਫਿਰ ਸੰਬੋਧ ਕੁਰਸੀ 'ਤੇ ਹੇਠਾਂ ਨੂੰ ਖਿਸਕ ਗਿਆ ਅਤੇ ਅੱਧ ਲੇਟੀ ਅਵਸਥਾ ਵਿੱਚ ਬੈਠ ਗਿਆ। ਉਸਨੇ ਆਪਣੀਆਂ ਲੱਤਾਂ ਦੂਜੀ ਕੁਰਸੀ 'ਤੇ ਰੱਖ ਲਈਆਂ। ਕੀ ਇਸ ਕਮਰੇ ਵਿੱਚ ਕੋਈ ਛੋਟੀ ਲਾਈਟ ਹੈ? ਸੰਬੋਧ ਨੇ ਆਸ-ਪਾਸ ਕਮਰੇ ਵਿੱਚ ਵੇਖਿਆ। ਹਾਂ ਹੈ, ਮੈਂ ਸੰਖੇਪ ਵਿੱਚ ਜਵਾਬ ਦਿੱਤਾ। ਤਾਂ ਫਿਰ ਵੱਡੀ ਲਾਈਟ ਬੰਦ ਕਰ ਦਿਓ, ਪਲੀਜ਼। ਮੈਂ ਵੱਡੀ ਲਾਈਟ ਬੰਦ ਕਰ ਦਿੱਤੀ ਅਤੇ ਛੋਟੀਆਂ 2 ਲਾਈਟਸ ਔਨ ਕਰ ਦਿੱਤੀਆਂ। ਇਹਨਾਂ ਦੀ ਲਾਈਟ ਕਾਫੀ ਸੀ। ਸੰਬੋਧ ਨੇ ਮੇਰੇ ਵੱਲ ਵੇਖ ਕੇ ਮੁਸਕਰਾਇਆ। ਕੱਲ੍ਹ ਸਵੇਰੇ ਮੈਂ ਤੁਹਾਡੀਆਂ ਪੇਂਟਿੰਗਸ ਵੇਖਾਂਗਾ। ਹੋ ਸਕਦਾ ਹੈ 1-2 ਲੈ ਵੀ ਜਾਵਾਂ, ਪਰ ਮੈਂ ਪੈਸੇ ਨਹੀਂ ਦੇਣੇ। ਓਹ ਕੋਈ ਗੱਲ ਨਹੀਂ, ਮੈਂ ਥੋੜ੍ਹਾ ਹੱਸ ਕੇ ਉਸ ਨੂੰ ਜਵਾਬ ਦਿੱਤਾ। ਹੁਣ ਤੁਸੀਂ ਮੈਨੂੰ ਆਪਣੇ ਬਾਰੇ ਦੱਸੋ। ਕਮਰੇ ਦੀ ਹਲਕੀ ਲਾਈਟ ਵਿੱਚ ਅਤੇ ਮੇਰੇ ਕਮਰੇ ਵਿੱਚ, ਜਿੱਥੇ ਪਰਫਿਊਮ ਦੀ ਹਲਕੀ ਖੁਸ਼ਬੂ ਕਮਰੇ ਨੂੰ ਮਹਿਕਾ ਰਹੀ ਸੀ, ਮੈਂ ਚੰਗਾ ਮਹਿਸੂਸ ਕਰ ਰਿਹਾ ਸੀ। ਖਾਸ ਕਰ ਇਸ ਲਈ ਕਿ ਮੈਂ ਮਾਇਰਾ ਬਾਰੇ ਸਭ ਕੁਝ ਜਾਣ ਸਕਾਂਗਾ। ਸੰਬੋਧ ਨੇ ਬੋਲਣਾ ਸ਼ੁਰੂ ਕੀਤਾ। ਮੈਂ ਮੁਹੱਬਤ ਵਿੱਚ ਡੁੱਬਿਆ ਹੋਇਆ, ਜਾਂ ਇਸ ਤਰ੍ਹਾਂ ਕਹਿ ਲਵੋ ਮੁਹੱਬਤ ਨਾਲ ਭਰਿਆ ਹੋਇਆ ਆਦਮੀ ਹਾਂ। ਪਰ ਇਹ ਵੀ ਕਿਹਾ ਜਾ ਸਕਦਾ ਹੈ ਕਿ ਮੁਹੱਬਤ ਵਿੱਚ ਹਾਰਿਆ ਹੋਇਆ ਆਦਮੀ ਹਾਂ। ਪਰ ਮੈਨੂੰ ਇਸ ਹਾਰ 'ਤੇ ਅਫਸੋਸ ਨਹੀਂ ਹੁੰਦਾ, ਕਿਉਂਕਿ ਮੁਹੱਬਤ ਦੀ ਹਾਰ ਸਾਰੀ ਜ਼ਿੰਦਗੀ ਤੁਹਾਡੇ ਨਾਲ ਚੱਲਣ ਵਾਲੀ ਚੀਜ਼ ਹੈ। ਇਸ ਨੂੰ ਭੁੱਲਿਆ ਨਹੀਂ ਜਾ ਸਕਦਾ। ਦੂਸਰੀ ਗੱਲ, ਮੁਹੱਬਤ ਬਹੁਤ ਵੱਡੀ ਚੀਜ਼ ਹੈ। ਮੁਹੱਬਤ ਕਿਸੇ ਵੀ ਜਗ੍ਹਾ ਨੂੰ ਅਤੇ ਹਰ ਤਰ੍ਹਾਂ ਦੇ ਹਾਲਾਤ ਨੂੰ ਸਵਰਗ ਬਣਾ ਦਿੰਦੀ ਹੈ। ਮੁਹੱਬਤ ਮਨੁੱਖ ਨੂੰ ਸਿਖਾਉਂਦੀ ਹੈ ਕਿ ਉਸ ਨੂੰ ਸਿਰਫ ਆਪਣੇ ਲਈ ਨਹੀਂ ਜਿਉਣਾ ਚਾਹੀਦਾ। ਮੁਹੱਬਤ ਮਨੁੱਖ ਨੂੰ ਮਨੁੱਖ ਨਾਲ ਜੋੜਦੀ ਹੈ। ਮੁਹੱਬਤ ਦੇ ਬਿਨਾਂ ਮਨੁੱਖ ਸਿਰਫ ਮਸ਼ੀਨ ਹੁੰਦਾ ਹੈ। ਮੁਹੱਬਤ ਇੱਕ ਅਜਿਹਾ ਟੌਨਿਕ ਹੈ ਜਿਸ ਨੂੰ ਪੀਂਦਿਆਂ ਕਮਜ਼ੋਰ ਤੋਂ ਕਮਜ਼ੋਰ ਆਦਮੀ ਵੀ ਸਾਰੀ ਦੁਨੀਆ ਨਾਲ ਲੜਨ ਲਈ ਤਿਆਰ ਹੋ ਜਾਂਦਾ ਹੈ। ਮੁਹੱਬਤ ਕੁਦਰਤ ਨੂੰ ਸਮਝਣ ਲਈ ਪਹਿਲਾ ਇਲਮ ਹੈ। ਮੁਹੱਬਤ ਆਪਣੇ ਆਪ ਨੂੰ ਜਾਣਨ ਲਈ ਪਹਿਲੀ ਸ਼ਰਤ ਹੈ। ਮੁਹੱਬਤ ਪਰਮਾਤਮਾ ਵੱਲ ਜਾਣ ਲਈ ਪਹਿਲੀ ਪੌੜੀ ਹੈ। ਮੁਹੱਬਤ ਸਾਨੂੰ ਜਿਉਂਦੇ ਰਹਿਣਾ ਸਿਖਾਉਂਦੀ ਹੈ। ਪਰ ਇਹ ਵੀ ਸੱਚ ਹੈ ਕਿ ਕਾਮ ਅਤੇ ਮੁਹੱਬਤ ਕਦੇ ਬੁੱਢੇ ਨਹੀਂ ਹੁੰਦੇ। ਮੈਂ ਇਹੋ ਸਿੱਖਿਆ ਹੈ ਕਿ ਜੇ ਤੁਸੀਂ ਮੁਹੱਬਤ ਨੂੰ ਸਮਝਣਾ ਹੈ ਤਾਂ ਧਰਮ ਪੜ੍ਹੋ, ਜੇ ਧਰਮ ਨੂੰ ਸਮਝਣਾ ਹੈ ਤਾਂ ਮੁਹੱਬਤ ਕਰੋ। ਹੋ ਸਕਦਾ ਹੈ ਮਨੋਵਿਗਿਆਨੀਆਂ ਜਾਂ ਬਹੁਤੇ ਸਿਆਣੇ ਲੋਕਾਂ ਜਾਂ ਡਾਕਟਰਾਂ ਲਈ ਇਹ ਗੱਲ ਸਹੀ ਹੋਵੇ ਕਿ ਮੁਹੱਬਤ ਕਾਮ ਦਾ ਹੀ ਕੋਈ ਰੂਪ ਹੈ, ਪਰ ਅਸੀਂ ਜਿਸ ਸਮਾਜ ਵਿੱਚ ਪੈਦਾ ਹੋਏ ਹਾਂ, ਇਸ ਵਿੱਚ ਮੁਹੱਬਤ ਅਤੇ ਕਾਮ ਦੋਹਾਂ ਨੂੰ ਹੀ ਹਕਾਰਤ ਭਰੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਮੇਰੇ ਮਨ ਵਿੱਚ ਵੀ ਇਸ ਤਰ੍ਹਾਂ ਦੇ ਹੀ ਵਿਚਾਰ ਸਨ ਜਦੋਂ ਮੈਂ 15 ਕੁ ਸਾਲ ਦਾ ਸੀ ਕਿ ਇਹ ਸ਼ਾਇਦ ਕੋਈ ਪਾਪ ਹੈ। ਪਰ ਇਹ ਗੱਲ ਬੜੀ ਅਜੀਬ ਹੈ ਕਿ ਸਾਡਾ ਸਮਾਜ ਇਹ ਚਾਹੁੰਦਾ ਹੈ ਕਿ ਕੋਈ ਵੀ ਲੜਕਾ ਜਾਂ ਲੜਕੀ ਕਾਮ ਬਾਰੇ ਜਾਂ ਮੁਹੱਬਤ ਬਾਰੇ ਸੋਚੇ ਨਾ, ਪਰ ਵਿਆਹ ਹੁੰਦਿਆਂ ਹੀ ਉਹ ਆਪਣੇ ਜੀਵਨ ਸਾਥੀ ਨਾਲ ਪਿਆਰ ਨਾਲ ਰਹੇ ਅਤੇ ਮਸ਼ੀਨ ਵਾਂਗ ਬੱਚੇ ਪੈਦਾ ਕਰੇ। ਜਿਵੇਂ ਮਨੁੱਖ ਕੋਈ ਮਸ਼ੀਨ ਹੋਵੇ ਅਤੇ ਉਸ ਤੋਂ ਲੋੜ ਅਨੁਸਾਰ ਹੀ ਵਿਵਹਾਰ ਦੀ ਉਮੀਦ ਰੱਖੀ ਜਾਵੇ।
ਪਤਾ ਨਹੀਂ ਇਹ ਸਭ ਜੋ ਮੇਰੇ ਮਨ ਵਿੱਚ ਹੈ, ਇਹ ਸ਼ਾਇਦ ਸਾਡੇ ਸਮਾਜ ਅਤੇ ਮੇਰੀ ਆਪਣੀ ਸੋਚ ਦਾ ਮਿਲਿਆ ਜੁਲਿਆ ਰੂਪ ਹੈ। ਮੈਨੂੰ ਅੱਜ ਤੱਕ ਕੋਈ ਆਦਮੀ ਅਜਿਹਾ ਨਹੀਂ ਮਿਲਿਆ ਜੋ ਮੁਹੱਬਤ ਬਾਰੇ ਮੇਰੇ ਵਾਂਗ ਸੋਚਦਾ ਹੋਵੇ, ਜਾਂ ਜਿਵੇਂ ਮੈਂ ਮਾਇਰਾ ਬਾਰੇ ਸੋਚਦਾ ਹਾਂ। ਮਾਇਰਾ ਉਸ ਦਾ ਅਸਲ ਨਾਮ ਨਹੀਂ ਹੈ, ਉਸ ਦਾ ਨਾਮ ਮਨਜੋਤ ਹੈ, ਪਰ ਉਸ ਨੇ ਮੈਨੂੰ ਕਿਹਾ ਸੀ ਕਿ ਮੈਂ ਉਸ ਨੂੰ ਇਸੇ ਨਾਮ ਨਾਲ ਬੁਲਾਵਾਂ। ਜਦੋਂ ਮੈਂ ਉਸ ਨੂੰ ਪਹਿਲੀ ਵਾਰ ਵੇਖਿਆ ਤਾਂ ਮੈਂ ਉਸ ਸਮੇਂ 16 ਕੁ ਸਾਲ ਦਾ ਸੀ। ਉਸ ਦੀ ਉਮਰ ਵੀ ਮੇਰੇ ਬਰਾਬਰ ਹੀ ਹੈ। ਉਹ ਜ਼ਿੰਦਗੀ ਨਾਲ ਭਰੀ ਹੋਈ ਸੀ। ਉਸ ਦੇ ਆਸ-ਪਾਸ ਖੁਸ਼ੀ ਨੱਚਦੀ ਸੀ। ਉਸ ਨੂੰ ਵੇਖਦੇ ਮੈਂ ਸਭ ਕੁਝ ਭੁੱਲ ਗਿਆ। ਮੈਨੂੰ ਲੱਗਦਾ ਸੀ ਕਿ ਇਸ ਧਰਤੀ 'ਤੇ ਸਿਰਫ ਇੱਕੋ ਚੀਜ਼ ਹੈ, ਉਹ ਹੈ ਮਾਇਰਾ। ਸਾਡੇ ਘਰ ਇੱਕੋ ਪਿੰਡ ਵਿੱਚ ਇੱਕ ਦੂਜੇ ਤੋਂ ਕਾਫੀ ਦੂਰੀ 'ਤੇ ਸੀ। ਮੇਰਾ ਕਦੇ ਕਦੇ ਉਹਨਾਂ ਦੇ ਘਰ ਜਾਣਾ ਹੁੰਦਾ ਸੀ। ਕਈ ਵਾਰ ਉਹ ਰਸਤੇ ਵਿੱਚ ਮਿਲ ਜਾਂਦੀ ਸੀ। ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੀ ਸੀ ਕਿ ਮੈਂ ਉਸ ਦਾ ਖੈਰ ਖੁਆਹ ਹਾਂ। ਉਹ ਮੈਨੂੰ ਚੰਗਾ ਸਮਝਦੀ ਸੀ, ਪਰ ਉਹ ਮੈਨੂੰ ਅਜਿਹੀ ਨਜ਼ਰ ਨਾਲ ਨਹੀਂ ਵੇਖਦੀ ਸੀ ਜਿਸ ਨੂੰ ਮੁਹੱਬਤ ਕਿਹਾ ਜਾਵੇ। ਮੈਂ ਉਸ ਨੂੰ ਕਦੇ ਨਹੀਂ ਕਿਹਾ ਕਿ ਮੈਂ ਉਸ ਨੂੰ ਪਿਆਰ ਕਰਦਾ ਹਾਂ। ਮੈਂ ਇੱਕ ਵਾਰ ਉਸ ਨੂੰ ਇਹ ਕਿਹਾ ਸੀ ਕਿ ਜੇਕਰ ਜ਼ਿੰਦਗੀ ਵਿੱਚ ਕਦੇ ਵੀ ਕੋਈ ਅਜਿਹਾ ਕੰਮ ਹੋਵੇ ਜੋ ਤੇਰੇ ਲਈ ਕੋਈ ਨਾ ਕਰ ਸਕਦਾ ਹੋਵੇ, ਉਹ ਮੈਂ ਕਰਾਂਗਾ। ਤੈਨੂੰ ਜਦੋਂ ਵੀ ਲੋੜ ਹੋਵੇ ਦੱਸੀ। ਪੂਰਾ 1 ਸਾਲ ਮੈਂ ਉਸ ਬਾਰੇ ਸੋਚਦਾ ਰਿਹਾ, ਉਸ ਦੇ ਸੁਪਨੇ ਵੇਖਦਾ ਰਿਹਾ। ਮੈਂ ਅਕਸਰ ਸੋਚਿਆ ਕਰਦਾ ਸੀ, ਕਦੇ ਸਾਡੇ ਘਰ ਦਾ ਦਰਵਾਜ਼ਾ ਖੜਕੇਗਾ। ਜਦੋਂ ਮੈਂ ਵੇਖਾਂਗਾ ਦਰਵਾਜ਼ੇ 'ਤੇ ਮਾਇਰਾ ਹੋਵੇਗੀ, ਪਰ ਇਹ ਕਦੇ ਨਹੀਂ ਹੋਇਆ। ਪਰ 1 ਸਾਲ ਬਾਅਦ ਮੈਨੂੰ ਪਤਾ ਲੱਗਿਆ ਉਹ ਕਿਸੇ ਹੋਰ ਮੁੰਡੇ ਨੂੰ ਪਿਆਰ ਕਰਦੀ ਹੈ। ਮੈਨੂੰ ਅਫਸੋਸ ਹੋਇਆ, ਪਰ ਮੈਂ ਸੋਚਦਾ ਸੀ ਜੇਕਰ ਉਹ ਇਸੇ ਤਰ੍ਹਾਂ ਖੁਸ਼ ਹੈ ਤਾਂ ਇਹ ਠੀਕ ਹੈ। ਤੇ ਮੇਰੀ ਇਹੀ ਗੱਲ ਹੈ ਜਿਹੜੀ ਮੈਨੂੰ ਲੋਕਾਂ ਨਾਲੋਂ ਜੁਦਾ ਕਰਦੀ ਹੈ ਕਿ ਮੈਨੂੰ ਮੁਹੱਬਤ ਵਿੱਚ ਆਪਣੇ ਲਈ ਕੁਝ ਵੀ ਨਹੀਂ ਚਾਹੀਦਾ ਸੀ। ਮੈਂ ਉਸ ਨੂੰ ਹਮੇਸ਼ਾ ਕਿਸੇ ਪਰੀ ਦੇ ਰੂਪ ਵਿੱਚ ਵੇਖਿਆ। ਮੈਂ ਨਹੀਂ ਚਾਹੁੰਦਾ ਸੀ ਕਿ ਮੇਰੀ ਕਿਸੇ ਵੀ ਗੱਲ ਨਾਲ ਉਸ ਨੂੰ ਤਕਲੀਫ ਹੋਵੇ। ਫਿਰ ਇੱਕ ਦਿਨ ਉਸ ਨੇ ਮੈਨੂੰ ਆਪਣੇ ਘਰ ਬੁਲਾਇਆ। ਉਹ ਰਸਤੇ ਤੋਂ ਲੰਘਦੀ ਮੈਨੂੰ ਮਿਲੀ। ਉਸ ਨੇ ਕਿਹਾ 15 ਜਾਂ 20 ਮਿੰਟ ਰੁਕ ਕੇ ਘਰ ਆ ਜਾਣਾ। ਮੇਰਾ ਦਿਲ ਤੇਜ਼ੀ ਨਾਲ ਧੜਕ ਰਿਹਾ ਸੀ ਕਿ ਪਤਾ ਨਹੀਂ ਕੀ ਗੱਲ ਹੈ। ਮੈਂ ਚਲਾ ਗਿਆ। ਮਾਇਰਾ ਇਕੱਲੀ ਸੀ। ਮੈਂ ਦਰਵਾਜ਼ਾ ਖੜਕਾਇਆ। ਉਸ ਨੇ ਦਰਵਾਜ਼ਾ ਖੋਲ੍ਹਿਆ ਅਤੇ ਫਿਰ ਬੰਦ ਕਰ ਦਿੱਤਾ। ਮੈਂ ਘਬਰਾਇਆ ਹੋਇਆ ਸੀ ਕਿ ਪਤਾ ਨਹੀਂ ਉਹ ਕੀ ਕਰੇਗੀ ਜਾਂ ਕੀ ਕਹੇਗੀ। ਅਸੀਂ ਉਹਨਾਂ ਦੇ ਘਰ ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਬੈਠੇ ਸੀ। ਇਸ ਘਰ ਵਿੱਚ ਸਿਰਫ 2 ਹੀ ਕਮਰੇ ਸਨ। ਮਾਇਰਾ ਮੇਰੇ ਕੋਲ ਬੈਠ ਗਈ। ਮੈਂ ਕੁਝ ਕਹਿਣਾ ਚਾਹੁੰਦੀ ਹਾਂ, ਉਸ ਨੇ ਇੰਨਾ ਹੀ ਕਿਹਾ ਤੇ ਰੋਣ ਲੱਗੀ। ਉਸ ਦੇ ਬੁੱਲ੍ਹ ਕੰਬ ਰਹੇ ਸਨ, ਹੱਥ ਵੀ ਕੰਬ ਰਹੇ ਸਨ, ਕਿਉਂਕਿ ਉਹ ਅਜਿਹੇ ਸਮਾਜ ਵਿੱਚ ਪੈਦਾ ਹੋਈ ਸੀ ਜਿੱਥੇ ਕੁੜੀ ਦਾ ਕਿਸੇ ਵੀ ਮੁੰਡੇ ਨੂੰ ਮੁਹੱਬਤ ਕਰਨਾ ਜਾਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣਾ ਪਾਪ ਮੰਨਿਆ ਜਾਂਦਾ ਹੈ। ਮੈਂ ਇੰਨਾ ਤਾਂ ਸਮਝ ਗਿਆ ਸੀ ਕਿ ਇਸ ਤਰ੍ਹਾਂ ਦੀ ਹੀ ਕੋਈ ਗੱਲ ਕਹੇਗੀ। ਉਸ ਨੇ ਕਿਹਾ ਉਹ ਸਿਮਰਨ ਨੂੰ ਪਿਆਰ ਕਰਦੀ ਹੈ। ਸਿਮਰਨ ਨਾਲ ਵਾਲੇ ਪਿੰਡ ਦਾ ਮੁੰਡਾ ਸੀ ਜੋ ਮਾਇਰਾ ਦੇ ਨਾਲ ਪੜ੍ਹਦਾ ਸੀ। ਮੇਰੇ ਲਈ ਇਹ ਸੁਣਨਾ ਔਖਾ ਸੀ। ਸਿਮਰਨ ਮੇਰਾ ਫਰੈਂਡ ਵੀ ਸੀ। ਮੇਰਾ ਵੀ ਉਹਨਾਂ ਦੇ ਘਰ ਆਉਣਾ ਜਾਣਾ ਸੀ। ਮਾਇਰਾ ਨੇ ਕਿਹਾ ਮੈਂ ਸਿਮਰਨ ਦੇ ਘਰਦਿਆਂ ਨਾਲ ਉਸ ਦੇ ਵਿਆਹ ਦੀ ਗੱਲ ਕਰਾਂ ਅਤੇ ਮਾਇਰਾ ਦੇ ਭਰਾ ਨੂੰ ਵੀ ਇਸ ਲਈ ਮਨਾਵਾਂ। ਮੈਂ ਇਸ ਲਈ ਹਾਂ ਕਰ ਦਿੱਤੀ। ਮੈਂ ਆਪਣੇ ਲੈਵਲ 'ਤੇ ਹਰ ਕੋਸ਼ਿਸ਼ ਕੀਤੀ ਤਾਂ ਕਿ ਦੋਹੇ ਪਰਿਵਾਰਾਂ ਵਿੱਚ ਤਾਲਮੇਲ ਬੈਠ ਸਕੇ ਅਤੇ ਮਾਇਰਾ ਅਤੇ ਸਿਮਰਨ ਦਾ ਵਿਆਹ ਹੋ ਜਾਵੇ। ਪਰ ਮੇਰੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੋਈਆਂ। ਉਸ ਦੇ ਬਾਅਦ ਮੈਂ ਵਿਦੇਸ਼ ਚਲਾ ਗਿਆ। ਫਿਰ ਕਦੇ ਵੀ ਮੇਰੀ ਮਾਇਰਾ ਨਾਲ ਗੱਲ ਨਹੀਂ ਹੋਈ। ਫਿਰ ਇੱਕ ਦਿਨ ਅਚਾਨਕ ਮੇਰੇ ਫ਼ੋਨ 'ਤੇ ਇੱਕ ਕਾਲ ਆਈ। ਕਰੀਬ 15-16 ਸਾਲ ਬਾਅਦ ਮੈਂ ਮਾਇਰਾ ਦੀ ਆਵਾਜ਼ ਸੁਣ ਰਿਹਾ ਸਾਂ। ਮੈਂ ਹੈਰਾਨੀ ਨਾਲ ਭਰ ਗਿਆ। ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਮੈਂ ਕੀ ਕਰਾਂ। ਉਸ ਨੇ ਦੱਸਿਆ ਕਿ ਉਹ ਇੱਕ ਅਨਾਥ ਆਸ਼ਰਮ ਵਿੱਚ ਟੀਚਰ ਹੈ। ਮੇਰਾ ਪੂਰਾ ਸਰੀਰ ਕੰਬ ਰਿਹਾ ਸੀ। ਦਿਲ ਤੇਜ਼ ਧੜਕ ਰਿਹਾ ਸੀ ਕਿਉਂਕਿ ਉਹ ਮੇਰੀ ਮੁਹੱਬਤ ਸੀ, ਜਿਸ ਲਈ ਮੈਂ ਦਿਨ ਰਾਤ ਦੁਆਵਾਂ ਮੰਗੀਆਂ ਸੀ ਕਿ ਉਸ ਨੂੰ ਹਰ ਖੁਸ਼ੀ ਮਿਲੇ। ਉਸ ਦੀ ਜ਼ਿੰਦਗੀ ਵਿੱਚ ਪਿਛਲੇ ਸਮੇਂ ਵਿੱਚ ਕੀ ਹੋਇਆ, ਇਸ ਬਾਰੇ ਸਾਡੀ ਕੋਈ ਗੱਲ ਨਹੀਂ ਹੋਈ। ਫਿਰ ਉਸ ਦੇ ਨਾਲ ਮੇਰਾ ਸੰਪਰਕ ਬਣ ਗਿਆ, ਪਰ ਹਰ ਵਾਰ ਬਸ ਆਮ ਜਿਹੀ ਗੱਲਬਾਤ ਹੁੰਦੀ ਰਹਿੰਦੀ ਜੋ ਹਾਲੇ ਤੱਕ ਜਾਰੀ ਹੈ। ਮੈਂ ਹਰ ਰੋਜ਼ ਇਹ ਸੋਚਦਾ ਹਾਂ ਕਿ ਉਸ ਕੋਲ ਜਾਵਾਂ, ਉਸ ਨੂੰ ਪੁੱਛਾਂ
ਕਿ ਉਸ ਨਾਲ ਰੇਪ ਕਿਉਂ ਹੋਇਆ ਅਤੇ ਕਿਵੇਂ ਹੋਇਆ, ਅਤੇ ਹੋਰ ਬਹੁਤ ਕੁਝ। ਪਰ ਕੁਝ ਹੈ ਜੋ ਮੈਨੂੰ ਰੋਕਦਾ ਹੈ। ਮੈਂ ਮਹਿਸੂਸ ਕਰਦਾ ਕਿ ਉਹ ਮੇਰੇ ਤੋਂ ਦੂਰੀ ਬਣਾ ਕੇ ਰੱਖਣਾ ਚਾਹੁੰਦੀ ਹੈ, ਪਤਾ ਨਹੀਂ ਕਿਉਂ। ਮੈਂ ਜੇਕਰ ਉਸ ਦਾ ਹਾਲ ਵੀ ਸੁਨੇਹੇ ਰਾਹੀਂ ਪੁੱਛਦਾ ਹਾਂ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਉਸ ਨੂੰ ਸ਼ਾਇਦ ਇਹ ਪਸੰਦ ਨਹੀਂ। ਮੈਂ ਉਸ ਦੀ ਆਤਮਾ 'ਤੇ ਬੋਝ ਨਹੀਂ ਬਣਨਾ ਚਾਹੁੰਦਾ। ਭਾਵੇਂ ਉਹ ਇੱਕ ਚੰਗੇ ਆਦਮੀ ਦੇ ਰੂਪ ਵਿੱਚ ਮੈਨੂੰ ਪਸੰਦ ਕਰਦੀ ਹੈ, ਪਰ ਬਿਨਾਂ ਉਸ ਦੀ ਇਜਾਜ਼ਤ ਦੇ ਮੈਨੂੰ ਉਸ ਦੀ ਜ਼ਿੰਦਗੀ ਵਿੱਚ ਦਖਲ ਨਹੀਂ ਦੇਣਾ ਪਸੰਦ। ਇਹੀ ਮੇਰੀ ਉਸ ਲਈ ਰਿਸਪੈਕਟ ਹੈ। ਪਰ ਜਦੋਂ ਵੀ ਕਦੇ ਮੈਂ ਮਹਿਸੂਸ ਕਰਾਂਗਾ ਕਿ ਉਸ ਨੂੰ ਕਿਸੇ ਦੀ ਜ਼ਰੂਰਤ ਹੈ ਤਾਂ ਸਭ ਤੋਂ ਪਹਿਲਾਂ ਮੈਂ ਉਸ ਕੋਲ ਹੋਵਾਂਗਾ। ਉਹ ਬੋਲਦਾ ਬੋਲਦਾ ਚੁੱਪ ਹੋ ਗਿਆ। ਅਸੀਂ ਦੋਵੇਂ ਚੁੱਪ ਬੈਠੇ ਰਹੇ। ਸੁਬੋਧ ਨੇ ਅੱਖਾਂ ਬੰਦ ਕੀਤੀਆਂ ਅਤੇ ਆਪਣਾ ਸਿਰ ਪਿੱਛੇ ਕੁਰਸੀ 'ਤੇ ਰੱਖ ਲਿਆ। ਕੁਝ ਸਮੇਂ ਬਾਅਦ ਅੱਖਾਂ ਖੋਲ੍ਹਦੇ ਹੋਏ ਉਸਨੇ ਫਿਰ ਬੋਲਣਾ ਸ਼ੁਰੂ ਕੀਤਾ। ਮੈਂ ਪੂਰੇ 21 ਸਾਲ ਉਸ ਨੂੰ ਯਾਦ ਰੱਖਿਆ, ਕਿਉਂਕਿ ਮੈਨੂੰ ਮਾਇਰਾ ਨੂੰ ਯਾਦ ਕਰਨਾ ਚੰਗਾ ਲੱਗਦਾ ਹੈ। ਮੇਰੀਆਂ ਸਭ ਕਵਿਤਾਵਾਂ ਜੋ ਇਸ ਕਿਤਾਬ ਵਿੱਚ ਹਨ, ਜੋ ਅੱਜ ਰਿਲੀਜ਼ ਹੋਈ ਹੈ, ਸਭ ਉਸ ਬਾਰੇ ਹਨ। ਫਿਰ ਸੁਬੋਧ ਬੋਲਦਾ ਬੋਲਦਾ ਰੁਕਿਆ। ਉਸਨੇ ਮੇਰੇ ਵੱਲ ਵੇਖਿਆ ਅਤੇ ਕਿਹਾ, ਤੁਸੀਂ ਆਪਣੇ ਬਾਰੇ ਨਹੀਂ ਕੁਝ ਦੱਸੋਗੇ? ਨਹੀਂ, ਮੇਰੇ ਕੋਲ ਕੁਝ ਖਾਸ ਨਹੀਂ ਦੱਸਣ ਲਈ। ਮੈਂ ਇੱਕ ਸੌਖੀ ਜ਼ਿੰਦਗੀ ਜਿਉਣ ਵਾਲਾ ਆਦਮੀ ਹਾਂ। ਮੇਰੇ ਕੁਝ ਕੁੜੀਆਂ ਨਾਲ ਸੰਬੰਧ ਰਹੇ ਹਨ, ਪਰ ਕਿਸੇ ਨੇ ਮੈਨੂੰ ਇੰਨੀ ਡੂੰਘਾਈ ਨਾਲ ਨਹੀਂ ਪਕੜਿਆ ਜਿਸ ਤਰ੍ਹਾਂ ਦੀਆਂ ਗੱਲਾਂ ਤੁਸੀਂ ਕਰ ਰਹੇ ਹੋ। ਫਿਰ ਕਾਫੀ ਦੇਰ ਅਸੀਂ ਗੱਲਾਂ ਕਰਦੇ ਰਹੇ ਅਤੇ ਅੱਧੀ ਰਾਤ ਤੋਂ ਬਾਅਦ ਅਸੀਂ ਸੌਂ ਗਏ। ਅਗਲੇ ਦਿਨ ਸਵੇਰੇ ਜਲਦੀ ਉੱਠ ਕੇ ਅਸੀਂ ਮਾਰਨਿੰਗ ਵਾਕ ਲਈ ਗਏ। ਫਿਰ ਘਰ ਆਏ, ਤਿਆਰ ਹੋ ਕੇ ਨਾਸ਼ਤੇ ਲਈ ਡਾਈਨਿੰਗ ਟੇਬਲ 'ਤੇ ਆ ਬੈਠ ਗਏ। ਮੇਰੀ ਪਤਨੀ ਸਾਡੇ ਲਈ ਨਾਸ਼ਤਾ ਲਗਾ ਰਹੀ ਸੀ। ਨਾਸ਼ਤਾ ਕਰਦੇ ਹੀ ਸੁਬੋਧ ਨੇ ਮੈਨੂੰ ਆਪਣੇ ਫ਼ੋਨ ਵਿੱਚ ਮਾਇਰਾ ਦੀਆਂ ਫੋਟੋਆਂ ਵਿਖਾਈਆਂ, ਜੋ ਬਹੁਤ ਹੀ ਸਾਦੀਆਂ ਅਤੇ ਖੂਬਸੂਰਤ ਸਨ। ਫਿਰ ਸੁਬੋਧ ਨੇ ਨਾਸ਼ਤੇ ਬਾਅਦ ਜਾਣ ਤੋਂ ਪਹਿਲਾਂ ਆਪਣੀ ਕਿਤਾਬ ਮੈਨੂੰ ਆਪਣੇ ਦਸਤਖਤ ਕਰਕੇ ਦਿੱਤੀ, ਇਸ ਨੂੰ ਜ਼ਰੂਰ ਪੜ੍ਹਨਾ। ਸੁਬੋਧ ਨੇ ਆਪਣੀ ਪਸੰਦ ਦੀ ਇੱਕ ਪੇਂਟਿੰਗ ਮੇਰੇ ਕਮਰੇ 'ਚੋਂ ਲਈ। ਮੈਨੂੰ ਇਹ ਗੱਲ ਬਹੁਤ ਚੰਗੀ ਲੱਗੀ। ਮੈਂ ਕਿਤਾਬ ਵੱਲ ਵੇਖਦੇ ਕਿਹਾ ਕਿ ਇਸ ਨੂੰ ਮੈਂ ਅਣਗਿਣਤ ਵਾਰ ਪੜ੍ਹਾਂਗਾ, ਕਿਉਂਕਿ ਇਸ ਨੂੰ ਪੜ੍ਹਨ ਦੀ ਮੇਰੇ ਮਨ ਵਿੱਚ ਬਹੁਤ ਇੱਛਾ ਹੈ। ਅਸੀਂ ਦੋਵੇਂ, ਮੈਂ ਅਤੇ ਮੇਰੀ ਪਤਨੀ, ਸੁਬੋਧ ਨੂੰ ਦਰਵਾਜ਼ੇ ਤੱਕ ਛੱਡਣ ਗਏ। ਸੁਬੋਧ ਜਾਂਦੇ ਹੋਏ ਮੈਨੂੰ ਇਸ ਤਰ੍ਹਾਂ ਗਲੇ ਲੱਗ ਕੇ ਮਿਲਿਆ ਜਿਵੇਂ ਮਹਿਸੂਸ ਹੋਇਆ ਅਸੀਂ ਇੱਕ ਦੂਜੇ ਨੂੰ ਕਰੀਬ ਤੋਂ ਜਾਣਦੇ ਹਾਂ। ਸੁਬੋਧ ਜਾ ਚੁੱਕਿਆ ਸੀ। ਮੈਂ ਆਪਣੇ ਕੰਮਕਾਰ ਵਿੱਚ ਰੁੱਝ ਗਿਆ। ਅਗਲੇ ਦਿਨ ਸ਼ਾਮ ਨੂੰ ਮੈਂ ਕੰਮਕਾਰ ਤੋਂ ਜਲਦੀ ਵਿਹਲਾ ਹੋ ਗਿਆ। ਮੇਰੀ ਪਤਨੀ ਘਰ ਨਹੀਂ ਸੀ। ਉਹ ਆਪਣੀ ਮਾਂ ਨੂੰ ਮਿਲਣ ਲਈ ਗਈ ਸੀ। ਉਸਨੇ ਆਪਣੀ ਮਾਂ ਕੋਲ ਇੱਕ ਰਾਤ ਰੁਕ ਕੇ ਵਾਪਸ ਆਉਣਾ ਸੀ। ਮੇਰੇ ਲਈ ਇਹ ਚੰਗਾ ਮੌਕਾ ਸੀ ਕਿ ਮੈਂ ਇਕਾਂਤ ਵਿੱਚ ਬੈਠ ਕੇ ਸੁਬੋਧ ਦੀਆਂ ਕਵਿਤਾਵਾਂ ਪੜ੍ਹ ਸਕਾਂ। ਸ਼ਾਮ ਨੂੰ ਮੈਂ ਹੋਟਲ ਤੋਂ ਲਿਆਂਦਾ ਖਾਣਾ ਖਾਧਾ। ਘਰ ਵਿੱਚ ਬੜੀ ਚੁੱਪ ਸੀ। ਮੇਰੀ ਪਤਨੀ ਪੈਰਾਂ ਵਿੱਚ ਝਾਂਜਰਾਂ ਪਾ ਕੇ ਰੱਖਦੀ ਹੈ। ਆਮ ਦਿਨਾਂ ਵਿੱਚ ਹਰ ਰੋਜ਼ ਘਰਾਂ ਵਿੱਚ ਉਸ ਦੇ ਝਾਂਜਰਾਂ ਦਾ ਸੰਗੀਤ ਗੂੰਜਦਾ ਰਹਿੰਦਾ ਹੈ। ਮੈਂ ਪਹਿਲਾਂ ਨਾਲੋਂ ਜਲਦੀ ਕਰੀਬ 9 ਵਜੇ ਬਿਸਤਰ ਵਿੱਚ ਜਾ ਪਿਆ ਅਤੇ ਸੁਬੋਧ ਦੀ ਕਵਿਤਾ ਪੜ੍ਹਨ ਲੱਗਿਆ। ਮੈਂ ਸੁਬੋਧ, ਜਿਸ ਦੀ ਇਹ ਕਿਤਾਬ ਹੈ, ਆਪਣੀ ਕਿਤਾਬ ਦੀ ਸ਼ੁਰੂਆਤ ਮਾਇਰਾ ਦੀਆਂ ਕਵਿਤਾਵਾਂ ਨਾਲ ਕਰਦਾ ਹਾਂ, ਕਿਉਂਕਿ ਮੈਂ ਇੱਕੋ ਕਵਿਤਾ ਨੂੰ ਜਾਣਦਾ ਹਾਂ, ਉਹ ਹੈ ਮਾਇਰਾ। ਮੇਰੀ ਹਰ ਕਵਿਤਾ ਉਸ ਕੋਲੋਂ ਹੀ ਸ਼ੁਰੂ ਹੁੰਦੀ ਹੈ। ਕਵਰ ਨਾਟ ਅਵੇਲੇਬਲ। ਮੈਂ ਮਾਇਰਾ ਹਾਂ। ਮੈਂ ਆਪਣੀ ਇੱਕ ਦੋਸਤ ਦੇ ਨਾਲ ਹਾਂ। ਇਹ ਕਾਲ ਗਰਲ ਹੈ। ਅਸੀਂ ਸ਼ਾਪਿੰਗ ਕਰ ਰਹੇ ਹਾਂ। ਉਹ ਚੀਜ਼ਾਂ ਚੁੱਕਦੀ ਹੈ, ਰੱਖਦੀ ਹੈ, ਧਿਆਨ ਨਾਲ ਵੇਖਦੀ ਹੈ। ਇਹ ਸੋਹਣੀ ਕੁੜੀ ਮੈਨੂੰ ਚੰਗੀ ਲੱਗਦੀ ਹੈ, ਭਾਵੇਂ ਇਸ ਦਾ ਪੇਸ਼ਾ ਕੋਈ ਚੰਗਾ ਨਹੀਂ ਹੈ। ਸਮਾਜ ਵਿੱਚ ਇਸ ਨੂੰ ਕੋਈ ਪਸੰਦ ਨਹੀਂ ਕਰਦਾ। ਇਸ ਦੀ ਜ਼ਰੂਰਤ ਬਹੁਤ ਮਹਿਸੂਸ ਕੀਤੀ ਜਾਂਦੀ ਹੈ। ਹਰ ਸਮਾਜ ਦੇ ਕੁਝ ਮਰਦਾਂ ਨੂੰ ਅਜਿਹੀਆਂ ਲੜਕੀਆਂ ਦੀ ਲੋੜ ਹੈ ਜੋ ਵਿਕ ਸਕਦੀਆਂ ਹੋਣ, ਉਹਨਾਂ ਲਈ ਹਾਜ਼ਰ ਹੋਣ। ਸਮਾਨ ਦੀ ਖਰੀਦ ਕਰਦਿਆਂ, ਵਸਤਾਂ ਦੀ ਚੋਣ ਕਰਦਿਆਂ ਉਹ ਮੁਸਕਰਾਉਂਦੀ ਹੈ। ਕਦੇ ਕਦੇ ਮੇਰੇ ਵੱਲ ਤੱਕਦੀ ਹੈ। ਉਹ ਕੁਝ ਕਹਿਣਾ ਚਾਹੁੰਦੀ ਹੈ। ਮੈਂ ਉਸ ਦੇ ਨਜ਼ਦੀਕ ਜਾਂਦੀ ਹਾਂ। ਉਸਨੇ ਕਿਹਾ, ਆਹ ਵੇਖ ਮਾਇਰਾ, ਇਹ ਪੈਕਟ।
ਇੱਕੇ ਪੈਕਟ, ਹਰ ਚੀਜ਼ ਪੈਕਟ ਬੰਦ, ਸਭ ਕੁਝ ਢੱਕਿਆ ਹੋਇਆ ਵਿਕਦਾ ਹੈ। ਤੈਨੂੰ ਪਤਾ ਹੈ, ਮੈਂ ਹੈਰਾਨ ਹੋ ਜਾਂਦੀ ਹਾਂ। ਇੱਕ ਐਸੀ ਜਗ੍ਹਾ ਨੂੰ ਮੈਂ ਜਾਣਦੀ ਹਾਂ ਜਿੱਥੇ ਕੁਝ ਵੀ ਢੱਕਿਆ ਹੋਇਆ ਨਹੀਂ ਹੁੰਦਾ। ਇਹ ਦੁਨੀਆ ਜਿੱਥੇ ਹਰ ਚੀਜ਼ ਢੱਕੀ ਹੋਈ ਵੇਚੀ ਜਾਂਦੀ ਹੈ ਅਤੇ ਔਰਤ ਨੰਗੀ ਵਿਕਦੀ ਹੈ। ਅਤੇ ਮੈਂ ਬਸ ਸੋਚਦੀ ਹਾਂ ਜਿਵੇਂ ਹੈ ਚਲੋ ਠੀਕ ਹੈ, ਕਵਰ ਨਾਟ ਅਵੇਲੇਬਲ। ਮਾਇਰਾ, ਤੁਸੀਂ ਕਿਸ ਧਰਮ ਦੀ ਗੱਲ ਕਰਦੇ ਹੋ? ਇੱਕ ਛੋਟੀ ਬੱਚੀ ਦੀ ਤੁਹਾਨੂੰ ਕੋਈ ਬਹੁਤੀ ਸਮਝ ਨਹੀਂ ਹੈ। ਆਪਣੀ ਮਾਂ ਬਾਰੇ ਵੀ ਤੁਸੀਂ ਬਹੁਤਾ ਨਹੀਂ ਜਾਣਦੇ। ਇਹ ਸਮਾਜ ਵਿੱਚ ਤਾਂ ਬਹੁਤੇ ਲੋਕਾਂ ਨੂੰ ਕਵਿਤਾ ਤੱਕ ਦੀ ਸਮਝ ਨਹੀਂ, ਅਤੇ ਬਹਿਸ ਉਹ ਧਰਮ 'ਤੇ ਕਰਨ ਲੱਗਦੇ ਹਨ। ਹੁਣ ਇੱਧਰੋਂ ਇੱਕ ਇਕੱਠ ਲੰਘਿਆ ਹੈ, ਇੱਥੇ ਹੀ ਕਿਤੇ ਧਰਮ ਦੇ ਨਾਂ 'ਤੇ ਦੰਗਾ ਹੋਇਆ ਹੈ। ਲੋਕ ਚੀਕਾਂ ਮਾਰਦੇ ਹਨ, ਮਰਨ ਵਾਲੇ ਵੀ ਅਤੇ ਮਰਨ ਵਾਲੇ ਵੀ। ਇੱਧਰੋਂ ਦੀ ਲੰਘਦਿਆਂ ਇੱਕ ਛੋਟੇ ਬੱਚੇ ਨੂੰ ਵੀ ਕੱਟ ਦਿੱਤਾ ਗਿਆ ਹੈ, ਮਸਾਂ 5-6 ਕੁ ਸਾਲ ਦਾ ਬੱਚਾ। ਇਕੱਠ ਲੰਘ ਚੁੱਕਿਆ ਹੈ, ਚੀਕਾਂ ਗੁਜ਼ਰ ਚੁੱਕੀਆਂ ਹਨ। ਬੱਚੇ ਦੀ ਲਾਸ਼ ਕੋਲ ਉਸ ਦੀ ਮਾਂ ਬੈਠੀ ਹੈ, ਇੱਕਦਮ ਖਾਮੋਸ਼, ਸੁੰਨ, ਧਰਤੀ 'ਤੇ ਪਏ ਬੱਚੇ ਵੱਲ ਵੇਖ ਰਹੀ ਹੈ। ਬੱਚੇ ਦਾ ਅੱਧ ਖੁੱਲ੍ਹਿਆ ਹੱਥ, ਉਸ ਵਿੱਚ ਕੁਝ ਮੂੰਗਫਲੀਆਂ ਹਨ। ਬਸ ਹੁਣੇ ਹੀ ਉਸ ਨੇ ਜਿੱਦ ਕਰਕੇ ਲਈਆਂ ਸਨ। ਇਸ ਬੱਚੇ ਦਾ ਹੱਥ ਉਸ ਦੀ ਮਾਂ ਦੇ ਹੱਥ ਵਿੱਚ ਦੇਣਾ ਅਤੇ ਉਸ ਨੂੰ ਪੁੱਛਣਾ ਧਰਮ ਕੀ ਹੁੰਦਾ ਹੈ, ਉਸ ਨੂੰ ਪੁੱਛਣਾ ਇਖਲਾਕ ਕੀ ਹੁੰਦਾ ਹੈ। ਉਹ ਤੁਹਾਨੂੰ ਦੱਸੇਗੀ ਧਾਰਮਿਕ ਗ੍ਰੰਥਾਂ ਦੇ ਕੀ ਅਰਥ ਹੁੰਦੇ ਹਨ। ਉਸ ਦੀਆਂ ਅੱਖਾਂ ਵਿੱਚ ਵੇਖਣਾ ਅਤੇ ਤੁਸੀਂ ਹਰ ਧਰਮ ਨੂੰ ਭੁੱਲ ਜਾਵੋਗੇ। ਪਰ ਇੱਥੇ ਮੈਂ ਧਰਮ ਦੀ ਗੱਲ ਨਹੀਂ ਕਰਾਂਗੀ। ਧਰਮ ਅਤੇ ਮੁਹੱਬਤ ਤੁਹਾਡੀ ਸਮਝ ਤੋਂ ਪਰੇ ਦੀ ਚੀਜ਼ ਹੈ। ਇੱਕ ਆਦਮੀ ਸੜਕ 'ਤੇ ਜ਼ਖਮੀ ਹੈ, ਉਸ ਦੇ ਸਿਰ 'ਚੋਂ ਖੂਨ ਵਗ ਰਿਹਾ ਹੈ, ਉਹ ਬੇਹੋਸ਼ ਹੈ, ਉਸ ਨੂੰ ਕੋਈ ਨਹੀਂ ਚੁੱਕਦਾ। ਉਸ ਦੇ ਕੋਲੋਂ ਸੈਂਕੜੇ ਲੋਕ ਲੰਘਦੇ ਹਨ, ਹਰ ਧਰਮ ਦੇ, ਆਸਤਿਕ ਨਾਸਤਿਕ। ਉਸ ਮਰ ਰਹੇ ਆਦਮੀ ਨੂੰ ਜੋ ਬੇਹੋਸ਼ ਹੈ, ਧਰਮ ਬਾਰੇ ਕੀ ਪਤਾ ਹੈ? ਇਸ ਕੋਲੋਂ ਲੰਘਦੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਹੁਣ ਮਦਦ ਦੀ ਲੋੜ ਹੈ ਅਤੇ ਇਹੀ ਧਰਮ ਹੈ, ਪਰ ਪਤਾ ਨਹੀਂ। ਫਿਰ ਉਸ ਬੇਹੋਸ਼ ਆਦਮੀ ਅਤੇ ਤੁਹਾਡੇ ਵਿੱਚ ਕੀ ਫਰਕ ਹੈ? ਪਰ ਫਿਰ ਵੀ ਤੁਸੀਂ ਧਾਰਮਿਕ ਹੋ ਅਤੇ ਮੈਨੂੰ ਕਹਿਣ ਦੇਣਾ ਬਹੁਤੇ ਗ੍ਰੰਥਾਂ, ਉਪਦੇਸ਼ਾਂ, ਪੈਗੰਬਰਾਂ ਦੇ ਹੁੰਦਿਆਂ ਤੁਹਾਡੇ ਕੋਲ ਧਾਰਮਿਕ ਸਥਾਨਾਂ 'ਤੇ ਹੁੰਦਿਆਂ ਤੁਹਾਡੇ ਕੋਲ ਕੋਈ ਧਰਮ ਨਹੀਂ ਹੈ। ਪਤਾ ਨਹੀਂ ਤੁਸੀਂ ਕਿਸ ਧਰਮ ਦੀ ਗੱਲ ਕਰਦੇ ਹੋ। ਮਾਇਰਾ, ਮੇਰੇ ਇਸ ਕਵਿਤਾ ਖਤਮ ਕਰਦਿਆਂ ਹੀ ਫੋਨ 'ਤੇ ਮੈਸੇਜ ਦੀ ਟੋਨ ਆਈ। ਵੇਖਿਆ ਮਾਇਰਾ ਨੇ ਆਪਣਾ ਸਟੇਟਸ ਲਿਖਿਆ ਸੀ, ਏ ਫੇਕ ਸਟੋਰੀ ਵਿਦ ਟਰੂ ਵਰਡਸ। ਇੱਕ ਆਦਮੀ ਇੱਕ ਬਹੁਤ ਅਮੀਰ ਆਦਮੀ ਦੇ ਘਰ ਮਹਿਮਾਨ ਹੁੰਦਾ ਹੈ। ਉਸ ਜਗ੍ਹਾ ਜਿੱਥੇ ਉਹ ਮਹਿਮਾਨ ਹੈ ਬਹੁਤ ਸਵਾਦਿਸ਼ਟ ਖਾਣੇ ਲਈ ਪ੍ਰਸਿੱਧ ਹੈ। ਉਸ ਦੇ ਸਾਹਮਣੇ ਇੱਕ ਲਾਲ ਰੰਗ ਦੇ ਕੱਪੜੇ ਨਾਲ ਢੱਕੀ ਥਾਲੀ ਪੇਸ਼ ਕੀਤੀ ਜਾਂਦੀ ਹੈ। ਉਹ ਸੋਚਦਾ ਹੈ ਕੋਈ ਖਾਣ ਵਾਲੀ ਬਹੁਤੀ ਚੰਗੀ ਚੀਜ਼ ਹੈ, ਪਰ ਖਾਣ ਵਾਲੀ ਚੀਜ਼ ਵੇਖਣ ਤੋਂ ਪਹਿਲਾਂ ਉਸ ਆਦਮੀ ਨੂੰ ਉੱਥੋਂ ਦੇ ਸਵਾਦਿਸ਼ਟ ਖਾਣੇ ਬਾਰੇ ਬਹੁਤ ਸਾਰੀਆਂ ਜੀਅ ਲਲਚਾਉਣ ਵਾਲੀਆਂ ਗੱਲਾਂ ਦੱਸੀਆਂ ਜਾਂਦੀਆਂ ਹਨ। ਫਿਰ ਇੱਕਦਮ ਖਾਣੇ ਵਾਲੀ ਥਾਲੀ ਤੋਂ ਕੱਪੜਾ ਚੁੱਕ ਦਿੱਤਾ ਜਾਂਦਾ ਹੈ। ਇਹ ਕਿਸੇ ਆਦਮੀ ਦਾ ਸਿਰ ਹੈ, ਜਿਸ ਦੀ ਸ਼ਕਲ ਬਿਲਕੁਲ ਮਹਿਮਾਨ ਨਾਲ ਮਿਲਦੀ ਹੈ। ਉਹ ਵੇਖਦੇ ਹੀ ਬੁਲਖਲਾ ਜਾਂਦਾ ਹੈ, ਆਪਣੇ ਸਿਰ ਆਪਣੇ ਹੱਥਾਂ ਵਿੱਚ ਫੜ ਕੇ ਵੇਖਦਾ ਹੈ ਕਿ ਉਸ ਦਾ ਸਿਰ ਸਲਾਮਤ ਹੈ ਜਾਂ ਨਹੀਂ। ਇਸੇ ਤਰ੍ਹਾਂ ਦੀ ਇਹ ਕਵਿਤਾ ਹੈ ਜੋ ਇਹ ਦੱਸੇਗੀ ਕਿ ਆਦਮੀ ਔਰਤ ਬਾਰੇ ਕੀ ਸੋਚਦਾ ਹੈ ਅਤੇ ਔਰਤ ਅਸਲ ਵਿੱਚ ਕੀ ਹੁੰਦੀ ਹੈ। ਸਮਥਿੰਗ ਅਬਾਊਟ ਦ ਨੇਕਡ ਲੈਗਸ। ਮੈਂ ਇੱਥੇ ਬੀਚ 'ਤੇ ਘੁੰਮ ਰਹੀ ਹਾਂ, ਬਹੁਤੇ ਲੋਕ ਨੰਗੇ ਲੇਟੇ ਹੋਏ ਹਨ, ਧੁੱਪ ਸੇਕਦੇ ਮਰਦ, ਔਰਤਾਂ, ਬੱਚੇ। ਕੁਝ ਔਰਤਾਂ ਨਿੱਕਰਾਂ ਪਾਈ ਬਾਲੀਵੁੱਡ ਖੇਡ ਰਹੀਆਂ ਹਨ। ਬੱਚੇ ਇੱਕ ਦੂਜੇ ਦੇ ਪਿੱਛੇ ਭੱਜ ਰਹੇ ਹਨ, ਇੱਕ ਦੂਜੇ ਨੂੰ ਫੜਦੇ ਉਹ ਆਪਣੀਆਂ ਮਾਵਾਂ ਦੀਆਂ ਲੱਤਾਂ ਨਾਲ ਲਿਪਟ ਜਾਂਦੇ ਹਨ, ਇੱਕ ਦੂਜੇ ਤੋਂ ਬਚਦੇ ਹਨ। ਉਹਨਾਂ ਨੂੰ
ਇਹ ਨੰਗੀਆਂ ਲੱਤਾਂ ਸਿਰਫ ਗੋਡਿਆਂ ਤੋਂ ਥੱਲੇ ਹੀ ਨਜ਼ਰ ਆਉਂਦੀਆਂ ਹਨ। ਇੱਥੋਂ ਬਹੁਤੇ ਮਰਦ ਵੀ ਲੰਘਦੇ ਹਨ। ਉਹ ਸਾਰੀਆਂ ਲੱਤਾਂ ਤੱਕਦੇ ਹੋਏ ਔਰਤਾਂ ਨੂੰ ਸਿਰ ਤੋਂ ਪੈਰਾਂ ਤੱਕ ਵੇਖਦੇ ਹਨ। ਮੈਂ ਆਪਣੀਆਂ ਲੱਤਾਂ ਬਾਰੇ ਸੋਚਣ ਲੱਗਦੀ ਹਾਂ। ਮੇਰੀਆਂ ਲੱਤਾਂ ਫੜ ਕੇ ਮੈਨੂੰ ਘੜੀਸਿਆ ਗਿਆ। ਮੇਰੀਆਂ ਨੰਗੀਆਂ ਲੱਤਾਂ। ਮੈਨੂੰ ਨਹੀਂ ਸੀ ਪਤਾ ਲੱਤਾਂ ਦੇ ਅਰਥ ਇਹ ਵੀ ਹੁੰਦੇ ਹਨ ਜੋ ਮਰਦ ਦੇ ਸਿਰ ਵਿੱਚ ਕੁਝ ਹੋਰ ਹੋ ਜਾਂਦੇ ਹਨ। ਮੈਨੂੰ ਆਪਣਾ ਬਿਸਤਰ ਵੀ ਯਾਦ ਆਉਂਦਾ ਹੈ। ਇੱਥੇ ਮੈਂ ਘੰਟਿਆਂ ਵਧੀ ਰੋਂਦੀ ਰਹੀ। ਆਪਣੇ ਬਿਸਤਰ ਦੇ ਅੰਦਰ ਵੀ ਮੈਂ ਵਾਰ-ਵਾਰ ਹੱਥ ਲਗਾ ਕੇ ਵੇਖਦੀ ਰਹਿੰਦੀ ਕਿ ਲੱਤਾਂ ਨੰਗੀਆਂ ਤਾਂ ਨਹੀਂ। ਬਿਸਤਰ ਦੀ ਤਾਂ ਹਰ ਕਿਸੇ ਨੂੰ ਲੋੜ ਹੈ। ਤੁਹਾਡੀ ਅੱਧੀ ਉਮਰ ਬਿਸਤਰ ਵਿੱਚ ਬੀਤਦੀ ਹੈ। ਬਿਸਤਰ ਵਿੱਚ ਪਏ ਹੋਏ ਤੁਸੀਂ ਹਜ਼ਾਰਾਂ ਸੁਪਨੇ ਵੇਖਦੇ ਹੋ, ਲੱਖਾਂ ਖਿਆਲ ਬੁਣਦੇ ਹੋ, ਆਪਣੇ ਮਹਿਬੂਬ ਤੇ ਦੁਸ਼ਮਣ ਨੂੰ ਯਾਦ ਕਰਦੇ ਹੋ। ਕਦੇ-ਕਦੇ ਮਨ ਹੀ ਮਨ ਆਪਣੇ ਪ੍ਰੇਮੀ ਨਾਲ ਰੋਸਾ ਕਰਦੇ ਹੋਏ ਸਰਹਾਣੇ ਨੂੰ ਆਪਣੇ ਨਾਲ ਕੁੱਟ ਕੇ ਰੋਂਦੇ ਹੋ। ਬਿਸਤਰ ਤੁਹਾਡੀ ਅੱਧੀ ਜ਼ਿੰਦਗੀ ਹਨ। ਪਰ ਮਰਦ ਅਕਸਰ ਭੁੱਲ ਜਾਂਦੇ ਹਨ ਕਿ ਕਦੇ ਉਹ ਆਪਣੀ ਮਾਂ ਨਾਲ ਵੀ ਬਿਸਤਰ ਵਿੱਚ ਸਨ, ਬਿਲਕੁਲ ਛੋਟੇ ਜਿਹੇ ਬੇਸਹਾਰਾ। ਅਤੇ ਇੱਕ ਦਿਨ ਉਹ ਬਹੁਤ ਛੋਟੇ ਸਨ, ਇੱਕ ਔਰਤ ਦੀਆਂ ਨੰਗੀਆਂ ਲੱਤਾਂ ਕੋਲ, ਜਦੋਂ ਉਹਨਾਂ ਦਾ ਨਾੜੂਆ ਕੱਟਿਆ ਗਿਆ ਸੀ। ਨੰਗੀਆਂ ਲੱਤਾਂ ਦੇ ਅਰਥ ਅਕਸਰ ਮਰਦ ਭੁੱਲ ਜਾਂਦੇ ਹਨ। ਜੇ ਨਾ ਭੁੱਲਦੇ ਹੁੰਦੇ ਤਾਂ ਮੈਨੂੰ ਲੱਤਾਂ ਤੋਂ ਫੜ ਕੇ ਘੜੀਸਿਆ ਨਾ ਜਾਂਦਾ ਜਦੋਂ ਮੇਰੇ ਨਾਲ ਰੇਪ ਹੋਇਆ। ਮਾਇਰਾ। ਧੰਨਵਾਦ ਜੀ। ਜੇ ਨਾਵਲ ਤੁਹਾਨੂੰ ਪਸੰਦ ਆ ਰਿਹਾ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ ਜੀ।